ਕਰਤਾਰ ਸਿੰਘ ਦੁੱਗਲ ਦੀ ਕਹਾਣੀ ਤਰੇਲ ਤੁਪਕੇ। ਪਹਿਲਾ ਭਾਗ। ਘਾਹ ਦੀ ਪੱਤੀ ਤੇ ਜਿਸ ਤਰ੍ਹਾਂ ਤਰੇਲ ਤੁਪਕਿਆਂ ਦਾ ਜੋੜਾ ਡਲ ਡਲ ਕਰਦਾ ਹੈ, ਇੰਨ ਬਿਨ ਇੰਝ ਹੀ ਕਮਲੇਸ਼ ਤੇ ਰੇਸ਼ਮਾ ਬਾਗ ਦੇ ਕਲਵੰਜੇ ਕਿਆਰੀਆਂ 'ਚ ਖੇਡ ਰਹੇ ਸਨ। ਬਾਰਿਸ਼ ਬੰਦ ਹੋਇਆ ਮਸਾਂ 10 ਮਿੰਟ ਹੀ ਹੋਏ ਹੋਣਗੇ। ਰੋ ਰੋ ਕੇ ਹੱਟੀਆਂ ਪਲਕਾਂ ਵਾਂਗ ਸਾਰੀ ਦੀ ਸਾਰੀ ਹਰਿਆਵਲ ਭਿੱਗੀ ਭਿੱਗੀ ਸੀ। ਢਿਲਕ ਢਿਲਕ ਆਏ ਚੋਆਂ ਕਰਦੇ ਬੱਦਲ ਆਪਣਾ ਅਰਮਾਨ ਲਾ ਚੁੱਕੇ ਸਨ। ਪਹਿਲੇ ਪੂਰਬ ਵੱਲੋਂ ਆਕਾਸ਼ ਉੱਚਾ ਹੋਇਆ, ਫਿਰ ਪੱਛਮ ਵਾਲੇ ਪਾਸੇ ਚਾਨਣਾ ਵੱਧਦਾ ਗਿਆ। ਅਖੀਰ ਜਿੱਥੋਂ ਤੱਕ ਨਜ਼ਰ ਕੰਮ ਕਰਦੀ, ਸਾਰੇ ਦੇ ਸਾਰੇ ਅਸਮਾਨ 'ਤੇ ਇੱਕ ਬੱਦਲ ਤੱਕ ਵੀ ਦਿਖਾਈ ਨਹੀਂ ਦਿੰਦਾ ਸੀ। ਮਾਲਟਿਆਂ ਦੇ ਮਧਰੇ ਜਿਹੇ ਬੂਟਿਆਂ ਹੇਠ ਜਿੱਥੇ ਦੋਵੇਂ ਬੱਚੇ ਝਿੱਪੀਆਂ ਲੈ ਰਹੇ ਸਨ, ਪੰਛੀਆਂ ਦੇ ਡਾਰਾਂ ਦੇ ਡਾਰ ਉੱਡ ਉੱਡ ਆਉਂਦੇ, ਪਰ ਕਮਲੇਸ਼ ਰੇਸ਼ਮਾ ਨੂੰ ਵੇਖ ਮੱਛੀਆਂ ਦੀਆਂ ਟੋਲੀਆਂ ਵਾਂਗ ਝੱਟੀ ਨਾਲ ਨਾਖਾਂ ਦੀ ਝੰਗੀ 'ਚ ਲੋਪ ਹੋ ਜਾਂਦਾ। ਰੇਸ਼ਮਾ ਮਲਿਆਰਨ ਦੀ ਚਲਾਕ ਧੀ ਮਲਕੜੀ ਟਾਹਣੀ ਨੂੰ ਖਿੱਚ ਦਿੰਦੀ ਤੇ ਪਾਣੀ ਨਾਲ ਲੱਦੇ ਮਾਲਟਿਆਂ ਦੇ ਮੋਟੇ ਮੋਟੇ ਪੱਤਰ ਛੰਮ ਛੰਮ ਵਸ ਪੈਂਦੇ। ਕਮਲੇਸ਼ ਹੈਰਾਨ ਹੋ ਅਸਮਾਨ ਵੱਲ ਵੇਖਦਾ, ਉਹਦੀ ਸਾਥਣ ਪੋਲੇ ਜੇ ਹੱਸ ਛੱਡਦੀ। ਮੇਰੇ ਤੇ ਮੀਂਹ ਵਸੀ ਜਾਂਦਾ ਤੇ ਤੂੰ ਰੋਸ਼ੇ ਉਵੇਂ ਦੀ ਉਵੇਂ ਸੁੱਕੀ ਪੁੱਕੀ ਏ। 10 ਸਾਲ ਦਾ ਬੱਚਾ ਕਮਲੇਸ਼ ਨਾ ਸਮਝ ਸਕਿਆ। ਸਾਡੇ ਖੂਹ ਦਾ ਮੀਂਹ ਤੇ ਸਾਡੇ ਤੇ ਹੀ ਵਸੇ, ਅੱਖਾਂ ਨੂੰ ਮਟਕਾਉਂਦੇ ਹੋਏ ਰੇਸ਼ਮਾ ਬੋਲੀ। ਅੱਛਾ ਜ਼ਰਾ ਠਹਿਰ, ਨੱਸੀ ਨਾ ਹੁਣ ਘਰ ਵੱਲ। ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ, ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ। ਕਮਲੇਸ਼ ਕਿੰਨਾ ਚਿਰ ਗਾਉਂਦਾ ਰਿਹਾ, ਪਰ ਇੱਕ ਕਣੀ ਤੱਕ ਨਾ ਵਸੀ। ਤਾੜੀ ਮਾਰ ਕੇ ਰੇਸ਼ਮਾ ਖਿੜ ਹੱਸ ਪਈ। ਉਹ ਕਮਲੇ ਸਾਹਿਬ, ਇੰਝ ਵੀ ਕਦੀ ਮੀਂਹ ਵਸਦਾ ਹੈ, ਵੇਖ, ਅਸਮਾਨ ਵੱਲ ਇਸ਼ਾਰਾ ਕਰਦੇ ਹੋਏ। ਉਹ ਚਿੱਟੇ ਚਿੱਟੇ ਬੱਦਲ ਜਿਹੜੇ ਦੌੜਦੇ ਸਮੁੰਦਰ ਵੱਲ ਜਾ ਰਹੇ ਨੇ, ਝੱਟ ਹੀ ਪਾਣੀ ਦੀਆਂ ਮਸ਼ਕਾਂ ਭਰ ਕੇ ਲੈ ਆਉਣਗੇ ਤੇ ਫਿਰ ਵਰਖਾ ਹੋਏਗੀ। ਤੇ ਫਿਰ ਕਮਲੇਸ਼ ਹੈਰਾਨ ਆਪਣੀ ਸਾਥਣ ਵੱਲ ਵੇਖਣ ਲੱਗ ਪਿਆ। ਉਹਦੀਆਂ ਅੱਖਾਂ 'ਚ ਅਸਚਰਜਤਾ ਤੇ ਉਹਦੀ ਲਿਆਕਤ ਲਈ ਸਤਿਕਾਰ ਭਰ ਆਇਆ। ਆ ਰੋਸ਼ੇ, ਖੱਟੀਆਂ ਤੋੜੀਏ। ਉਹਦੇ ਮੋਢੇ ਨੂੰ ਫੜ ਕੁਝ ਚਿਰ ਬਾਅਦ ਉਹ ਬੋਲਿਆ, ਖੱਟੀਆਂ ਨਾ ਖੱਟੀਆਂ, ਅੱਬਾ ਮੇਰੇ ਨੂੰ ਜਾਣਦਾ ਵੇ ਨਾ, ਤੇ ਬਾਗ ਸਾਡਾ ਏ ਕਿ ਤੇਰੇ ਅੱਬਾ ਦਾ? ਸਾਡਾ ਤੁਹਾਡਾ ਉਹ ਜਾਣਦਾ ਨਹੀਂ, ਤੇ ਸਾਹਬਗਿਰੀ ਸਾਰੀ ਕੱਢ ਛੱਡ ਸੀ। ਸਾਲ ਸਾਰਾ ਅਸੀਂ ਮਿਹਨਤ ਕਰ ਕਰਕੇ ਥੱਕ ਜਾਂਦੇ ਹਾਂ ਤੇ ਆ ਜਾਂਦੇ ਨੇ ਵੱਡੇ ਦਿਨਾਂ 'ਚ ਉਜਾੜਨ ਲਈ। ਇਸ ਵਾਰੀ ਹੱਥ ਤੇ ਲਾਏ ਨਾ, ਇਹ ਸਾਰੇ ਬੂਟੇ ਮੇਰੇ ਆਪਣੇ ਨੇ, ਮੈਂ ਹੀ ਤੇ ਇਹਨਾਂ ਨੂੰ ਪਾਣੀ ਦਿੰਦੀ ਹੁੰਦੀ ਸਾਂ। ਰੇਸ਼ੋ ਭਾਵੇਂ ਕਮਲੇਸ਼ ਦੇ ਹਾਣ ਦਾ ਹੀ ਸੀ, ਪਰ ਕੁੜੀ ਤੇ ਫਿਰ ਜੱਟੀ ਹੋਣ ਕਰਕੇ ਉਹਦਾ ਕੱਦ ਵੀ ਵੱਡਾ ਤੇ ਚਲਾਕ ਵੀ ਉਹ ਜ਼ਿਆਦਾ ਹੀ। ਤੇ ਕਮਲੇਸ਼ ਦੀਆਂ ਕੁਦਰਤੀ ਰੁਚੀਆਂ ਨੂੰ ਉਹਦੇ ਨੌਕਰਾਂ ਦੀ ਪਰਵਰਿਸ਼ ਤੇ ਉਹਦੀ ਰਿਸ਼ਤੇਦਾਰਾਂ ਦੀ ਇਹਤਿਆਤ ਨੇ ਝਪੀੜ ਰੱਖਿਆ ਸੀ। ਨਿੱਕੀ ਜਿਹੀ ਅਨਪੜ੍ਹ ਮਲਿਆਰਨ ਗੋਰਿਆਂ ਦੇ ਸਕੂਲ ਦੇ ਪੜ੍ਹੇ ਸਾਹਬ ਤੋਂ ਵਸੇ ਡਾਹ ਨਾ ਖਾਂਦੀ ਤੇ ਤਾੜ ਜਵਾਬ ਦਿੰਦੀ। ਰੇਸ਼ੋ ਦੀ ਝਾੜ ਸੁਣ ਕਮਲੇਸ਼ ਦਾ ਮੂੰਹ ਰੋਣ ਹੱਕਾ ਜਿਹਾ ਹੋ ਗਿਆ। ਥੁੰਨੀਆਂ ਲਮਕਾਈ ਆਪਣੇ ਨੌਕਰ ਨੂੰ ਸ਼ਿਕਾਇਤ ਕਰਨ ਦੌੜ ਪਿਆ। ਮਲਿਆਰਨ ਵੀ ਜ਼ਰਾ ਸਹਿਮ ਗਈ। ਬੰਨੀ ਤੇ ਬਹਿ ਕੇ ਕਿੰਨਾ ਚਿਰ ਆਪਣੇ ਮਾਸੂਮ ਦਿਲ 'ਚ ਸੋਚਦੀ ਰਹੀ ਵੀ ਇਹ ਕੀ ਗੱਲ ਹੋਈ। ਬੂਟੇ ਅਸੀਂ ਲਾਈਏ, ਪਾਣੀ ਅਸੀਂ ਦੇਈਏ, ਰਾਖੀ ਅਸੀਂ ਕਰੀਏ, ਬਾਗ ਦੇ ਕੋਠਿਆਂ 'ਚ ਅਸੀਂ ਰਹੀਏ ਤੇ ਫਲ ਪੱਕਣ ਤੇ ਸਾਰੇ ਦਾ ਸਾਰਾ ਕਮਲੇਸ਼ ਦਾ ਪਿਤਾ ਆ ਕੇ ਤੋੜ ਲੈ ਜਾਏ। ਅਖੀਰ ਘੋਕ ਕੇ ਉਹ ਇਸ ਸਿੱਟੇ ਤੇ ਪੁੱਜੀ, ਖਬਰੇ ਮੋਟੀਆਂ ਮੋਟੀਆਂ ਢਿੱਡਾਂ ਵਾਲੇ ਸਰਦਾਰ ਵੱਡੇ ਹੁੰਦੇ ਨੇ ਤੇ ਫਟੇ ਪੁਰਾਣੇ ਕੱਪੜਿਆਂ ਵਾਲੇ ਮਲਿਆਰ ਸ਼ਾਇਦ ਨਿੱਕੇ। ਪਰੇ ਦੂਰ ਰੇਸ਼ੋ ਨੇ ਵੇਖਿਆ ਮੀਂਹ ਨਾਲ ਕੁਝ ਮਾਲਟੇ ਤੇ ਖੱਟੇ ਹੇਠਾਂ ਡਿੱਗੇ ਹੋਏ ਸਨ। ਉਹਨਾਂ ਨੂੰ ਚੁੱਕ ਉਹ ਕਮਲੇਸ਼ ਨੂੰ ਦੇਣ ਟੁਰ ਪਈ। ਦੂਸਰਾ ਭਾਗ। ਵੱਡੇ ਦਿਨਾਂ ਦੀਆਂ ਛੁੱਟੀਆਂ ਕੱਟ ਕੇ ਕਮਲੇਸ਼ ਆਪਣੇ ਮਾਪਿਆਂ ਸਮੇਤ ਫਿਰ ਲਾਹੌਰ ਵਾਪਸ ਚਲਾ ਗਿਆ। ਹਰ ਸਾਲ ਵਾਂਗ ਜਾਣ ਵੇਲੇ ਇਸ ਵਾਰ ਵੀ ਉਹ ਮਲਿਆਰਨ ਨਾਲ ਨਾਰਾਜ਼ ਸੀ। ਜਿਸ ਤਰ੍ਹਾਂ ਥਾਲ 'ਚ ਰੱਖੇ 2 ਭਾਂਡੇ ਆਪਸ 'ਚ ਠਹਿਕ ਜਾਂਦੇ ਹੈ, ਇਸੇ ਤਰ੍ਹਾਂ ਭਾਵੇਂ ਰੇਸ਼ੋ ਕਿੰਨੀ ਕੋਸ਼ਿਸ਼ ਕਰਦੀ ਕਮਲੇਸ਼ ਨੂੰ ਕੁਛ ਨਾ ਕਹੇ, ਪਰ ਆਪਣੇ ਤੋਂ ਲਿੱਸੇ ਨੂੰ ਤੱਕ ਕੇ ਉਹਨੂੰ ਹਮੇਸ਼ਾ ਗੁੱਸਾ ਆ ਹੀ ਜਾਂਦਾ ਸੀ। ਆਪਣੇ ਲਾਂਭ ਚਾਂਭ ਲਈ ਉਹ ਜ਼ਿਆਦਾ ਸੁਘੜ ਤੇ ਆਪਣੀ ਗਰੀਬੀ ਲਈ ਉਹ ਜ਼ਿਆਦਾ ਅਮੀਰ ਸੀ। ਕੋਂਪਲਾਂ ਵਰਗਾ ਨਰਮ ਉਹਦਾ ਦਿਲ ਜ਼ਰਾ ਜਿੰਨੀ ਗੱਲ ਨੂੰ ਨਾ ਸਹਾਰ ਸਕਦਾ ਤੇ ਉਹ ਸੋਚਾਂ 'ਚ ਡੁੱਬ ਜਾਂਦੀ। ਅੱਗੋਂ ਉਹਦੀ ਉਮਰ ਵੀ ਅੱਥਰੀ ਸੀ। ਲੜਿਆ ਤੇ ਲੜ ਪਿਆ, ਰੁੱਸਿਆ ਤੇ ਰੁੱਸੀ ਪਿਆ, ਖੇਡਣ ਲੱਗਾ ਤਾਂ ਸਾਰਾ ਦਿਨ ਖੇਡਦਾ ਹੀ ਰਿਹਾ। ਹਰ ਕੰਮ ਕਾਜ ਨੂੰ ਭੁਲਾ ਦਿੱਤਾ। ਜੋ ਮਿਲਦਾ ਹੀ ਲਈ ਚੱਲ, ਹੋਏ ਜੋ ਅਸੀਂ ਕੰਮੀ, ਹੋਰ ਕਿਤੇ ਬਾਗ 'ਚੋਂ ਕੱਢ ਦੇਣ ਤਾਂ ਪਏ ਦਰ ਪਿੰਨੀਏ। ਕਿਹੜੇ ਕੋਈ ਸਾਡੇ ਮੁਰੱਬੇ ਲੱਗੇ ਹੋਏ ਨੇ, ਵੱਡੀਆਂ ਪੱਗਾਂ ਵਾਲੇ ਤੇ ਜ਼ਿਆਦਤੀਆਂ ਕਰਦੇ ਹੀ ਆਏ ਨੇ। ਅਸੀਂ ਨਾ ਸਹੀਏ ਤਾਂ ਹੋਰ ਕੌਣ ਸਹੇਗਾ।
ਇੱਕ ਦਿਨ ਰੇਸ਼ੋ ਦਾ ਪਿਤਾ ਉਹਦੀ ਮਾਂ ਨੂੰ ਕਹਿ ਰਿਹਾ ਸੀ। ਉਸ ਦਿਨ ਹੀ ਉਹ ਜ਼ਰਾ ਜ਼ਿਆਦਾ ਸੰਭਲ ਗਈ। ਜਦੋਂ ਕਦੀ ਵੀ ਉਹ ਇਕੱਲੀ ਹੁੰਦੀ ਹਮੇਸ਼ਾ ਇਸ ਗੁੰਝਲ ਦੀ ਬਾਬਤ ਸੋਚਦੀ ਰਹਿੰਦੀ। ਜਿਸ ਰੀਝ ਨਾਲ ਉਹ ਅੱਗੇ ਕੰਮ ਕਰਦੀ ਸੀ, ਹੁਣ ਹਰ ਕੋਸ਼ਿਸ਼ ਕਰਨ 'ਤੇ ਵੀ ਉਹਦੀ ਉਸ ਤੋਂ ਉਨੀ ਮਿਹਨਤ ਨਾ ਹੋ ਸਕਦੀ। ਬੇਦਿਲਿਆਂ ਜਿਹਾ ਉਹ ਬੂਟਿਆਂ ਨੂੰ ਪਾਣੀ ਲਾਉਂਦੀ, ਬੇਦਿਲਿਆਂ ਹੀ ਗੋਡੀ ਕਰਦੀ, ਰਾਖੀ ਬੈਠੇ ਬੈਠੇ ਕਈ ਵਾਰ ਉਂਗਲਾਉਣ ਲੱਗ ਜਾਂਦੀ। ਇੱਕ ਦਿਨ ਸਵੇਰੇ ਇੱਕ ਸਹੇਲੀ ਨਾਲ ਰੇਸ਼ੋ ਬਾਹਰ ਪੈਲੀਆਂ 'ਚ ਘਾਹ ਵੱਢ ਰਹੀ ਸੀ। ਵੱਢਦੇ ਵੱਢਦੇ ਦੁਪਹਿਰ ਹੋ ਗਈ। ਮਿੱਟੀ ਨਾਲ ਉਹਦਾ ਮੂੰਹ ਸਿਰ ਮੈਲਾ ਹੋ ਗਿਆ। ਮੈਥੋਂ ਤੇ ਨਹੀਂ ਵੱਢਿਆ ਜਾਂਦਾ ਹੋਰ ਨੇਕਾਂ, ਪਰਾਏ ਮਾਲ ਨੂੰ ਕਿਹੜਾ ਪਿਆ ਧੁਨਾਈ। ਰੇਸ਼ਮਾ ਜ਼ਰਾ ਕਾਹਲੀ ਪੈ ਕੇ ਬੋਲੀ। ਇਸ ਓਪਰੇ ਮਜ਼ਬੂਨ ਤੇ ਗੱਲ ਕਰਦੇ ਸੁਣ ਉਹਦੀ ਸਹੇਲੀ ਹੈਰਾਨ ਉਹਦੇ ਮੂੰਹ ਵੱਲ ਵੇਖਣ ਲੱਗ ਪਈ। ਇਹ ਬਾਗ ਕੋਈ ਸਾਡਾ ਤਾਂ ਨਹੀਂ, ਅਸੀਂ ਤਾਂ ਬਸ ਕੰਮ ਹੀ ਆ। ਉਦਾਸ ਜਿਹੀ ਹੋ ਕੇ ਫੇਰ ਬੋਲੀ। ਤੇ ਅਸੀਂ ਵੀ, ਸਾਡੇ ਸਰਦਾਰ ਨਹੀਂ ਤੂੰ ਵੇਖੇ, ਉਦੋਂ ਮੋਟਰ ਕਾਰ 'ਚ ਬਹਿ ਕੇ ਆਏ ਸਨ। ਰੇਸ਼ੋ ਦੀ ਸਾਥਣ ਨੇ ਜਵਾਬ ਦਿੱਤਾ। ਆਹੋ ਆਹੋ, ਤੇ ਫਿਰ ਅਸੀਂ ਸਾਰੇ ਕਾਮੇ ਹੀ ਹੋਏ। ਅਸੀਂ ਜੰਮੇ ਹੀ ਕਾਮੇ ਸਾਂ। ਹਾਂ ਹਾਂ, ਮਰਾਂਗੇ ਵੀ ਕਾਮੇ। ਹੱਸਦੇ ਹੋਏ ਨੇਕਾਂ ਬੋਲੀ ਤੇ ਫਿਰ ਘਾਹ ਨੂੰ ਸੰਭਾਲਣ ਲੱਗ ਪਈ। ਕਿੰਨਾ ਚਿਰ ਰੇਸ਼ਮਾ ਉੱਥੇ ਖਲੋਤੀ ਸੋਚਦੀ ਰਹੀ। ਸਹਿਜੇ ਜਿਹੇ ਖੁਰਪਾ ਉਹਦੇ ਹੱਥੋਂ ਛੁੱਟ ਕੇ ਹੇਠਾਂ ਢਹਿ ਪਿਆ। ਤੀਸਰਾ ਭਾਗ। ਪਿਛਲੇ ਸਾਲ ਬਿਮਾਰ ਹੋ ਜਾਣ ਕਰਕੇ ਅੱਜ 2 ਵਰ੍ਹਿਆਂ ਬਾਅਦ ਕਮਲੇਸ਼ ਫਿਰ ਛੁੱਟੀਆਂ ਵਿੱਚ ਆਪਣੇ ਪਿੰਡ ਆਇਆ। ਹੁਣ ਉਹ ਕਾਫੀ ਸਿਆਣਾ ਹੋ ਗਿਆ ਸੀ। ਸਿਰ 'ਤੇ ਪੱਗ ਵੀ ਬੰਨ੍ਹਦਾ ਸੀ ਤੇ ਸਾਈਕਲ ਵੀ ਚਲਾ ਲੈਂਦਾ ਸੀ। ਉਹਦੀ ਆਵਾਜ਼ ਵਿੱਚ ਜ਼ਿਆਦਾ ਦਬਦਬਾ ਤੇ ਉਹਦੇ ਚਿਹਰੇ 'ਤੇ ਰਈਸਾਂ ਵਾਲੀ ਰੌਣਕ ਡਲਕਦੀ ਸੀ। ਨਿੱਕਾ ਜਿਹਾ ਉਹਨੇ ਇੱਕ ਕੁੱਤਾ ਵੀ ਪਾਲ ਲਿਆ ਸੀ, ਜਿਸ ਨਾਲ ਘੜੀ ਘੜੀ ਅੰਗਰੇਜ਼ੀ 'ਚੋਂ ਗਿਟਮਿਟ ਕਰਨ ਲੱਗ ਜਾਂਦਾ। ਰੇਸ਼ਮਾ ਵੀ ਹੋਰ ਵੱਡੀ ਹੋ ਗਈ ਸੀ, ਪਰ ਜਿਉਂ-ਜਿਉਂ ਵੱਧਦੀ ਉਸ 'ਚ ਹੋਰ ਠਰਮਾ ਆਈ ਜਾਂਦਾ। ਉਹਦੀਆਂ ਨਜ਼ਰਾਂ ਨੀਵੀਆਂ ਪਈ ਜਾਂਦੀਆਂ। ਭਾਵੇਂ ਮਾਲਟਿਆਂ ਦੇ ਬੂਟਿਆਂ ਹੇਠੋਂ ਉਹਨੂੰ ਹੁਣ ਉੜ ਕੇ ਲੰਘਣਾ ਪੈਂਦਾ ਤੇ ਸੋਚਾਂ ਵੀ ਉਹ ਬੜੀਆਂ ਗੰਭੀਰ ਕਰਦੀ, ਤਾਂ ਵੀ ਕਮਲੇਸ਼ ਨੂੰ ਮਿਲ ਕੇ ਉਹ ਫਿਰ ਬੱਚੇ ਦਾ ਬੱਚਾ ਬਣ ਗਈ। ਪਰ ਇਸ ਵਾਰ ਆਪਣੇ ਪ੍ਰਾਣਾਂ ਅਨੁਸਾਰ ਹਮੇਸ਼ਾ ਉਹ ਸਾਹਿਬ ਦਾ ਸਤਿਕਾਰ ਕਰਦੀ ਤੇ ਜਦੋਂ ਵੀ ਆਉਂਦਾ ਉਹਦੇ ਸਾਹਮਣੇ ਸੂਹੇ ਸੂਹੇ ਮਾਲਟਿਆਂ ਤੇ ਖੱਟੀਆਂ ਦੇ ਢੇਰ ਲਾ ਦਿੰਦੀ। ਤੁਹਾਡੇ ਹੀ ਤੇ ਹੈਨ, ਕਹਿ ਕੇ ਉਹ ਕਮਲੇਸ਼ ਨੂੰ ਖੁਸ਼ ਕਰਦੀ। ਉਹ ਵੀ ਹੁਣ ਸਾਰਾ ਦਿਨ ਬਾਗ 'ਚ ਹੀ ਖੇਡਦਾ ਰਹਿੰਦਾ। ਰੇਸ਼ਮਾ ਆਪਣੇ ਸਾਹਿਬ ਦੇ ਕੁੱਤੇ ਨੂੰ ਗਰਮ ਪਾਣੀ ਨਾਲ ਨੁਹਾਉਂਦੀ, ਕਮਲੇਸ਼ ਦੇ ਲਿਆਏ ਬੁਰਸ਼ ਨਾਲ ਉਹਦੇ ਵਾਲ ਸਾਫ਼ ਕਰਦੀ ਤੇ ਫਿਰ ਉਹਦੇ ਪਿੰਡੇ 'ਤੇ ਗਰਮ ਗੱਦੀ ਬੰਨ੍ਹ ਦਿੰਦੀ। ਇੱਕੋ ਇੱਕ ਫਟੇ ਹੋਏ ਚੋਲੇ ਵਿੱਚ ਤੈਨੂੰ ਸਰਦੀ ਨਹੀਂ ਲੱਗਦੀ ਰੇਸ਼ੋ? ਸਵੈਟਰ ਦੇ ਜੇਬ 'ਚ ਹੱਥ ਪਾਈ ਕਮਲੇਸ਼ ਉਹ ਤੋਂ ਪੁੱਛਦਾ। ਨਾ ਸਾਹਿਬ, ਸਰਦੀ ਤੇ ਅਮੀਰਾਂ ਨੂੰ ਲੱਗਦੀ ਹੈ, ਜਿਨ੍ਹਾਂ ਨੇ ਬਾਗ, ਇਹ ਬਲਦ ਤੇ ਹੋਰ ਸਭ ਚੀਜ਼ਾਂ ਹੋਈਆਂ। ਅਸੀਂ ਤੇ ਕਾਮੇ ਆ, ਨੌਕਰਾਂ ਨੂੰ ਵੀ ਕਦੀ ਸਰਦੀ ਲੱਗੀ? ਆਪਣੀ ਚੁੰਨੀ ਨਾਲ ਕੁੱਤੇ ਦੀਆਂ ਅੱਖਾਂ ਪੂੰਝਦੇ ਹੋਏ ਰੇਸ਼ਮਾ ਬੋਲੀ। ਜਿਮੀ, ਕਹਿ ਕੇ ਕਮਲੇਸ਼ ਦੌੜ ਪਿਆ ਤੇ ਕੁੱਤਾ ਵੀ ਮਲਿਆਰਨ ਦੀ ਝੋਲੀ 'ਚ ਉਛਲ ਉਹਦੇ ਪਿੱਛੇ ਬੂਟਿਆਂ ਵਿੱਚ ਲੁਕ ਗਿਆ। ਲੜਕੀ ਉੱਥੇ ਹੀ ਬੈਠੀ ਸੋਚਾਂ 'ਚ ਡੁੱਬ ਗਈ। ਸੋਚਦੀ ਆਪਣੀ ਉਂਗਲ ਨਾਲ ਉਹ ਜਿਮੀ ਖਨੂਚਰਦੀ ਜਾਂਦੀ। ਕੋਈ 15 ਮਿੰਟ ਬਾਅਦ ਕਿਸੇ ਨੇ ਪੋਲੇ ਜੇ ਪਿੱਛੋਂ ਆ ਕੇ ਉਹਦੀਆਂ ਅੱਖਾਂ ਬੰਦ ਕਰ ਲਈਆਂ। ਉਹ ਹੈਰਾਨ ਸੀ, ਕੌਣ ਹੋ ਸਕਦਾ? ਇੰਨੇ 'ਚ ਹੀ ਜਿਮੀ ਉਹਦੀ ਝੋਲੀ 'ਚ ਆਣ ਵੜਿਆ। ਪਤਾ ਲੱਗ ਗਿਆ ਸਾਹਿਬ, ਕਹਿੰਦੇ ਹੋਏ ਰੇਸ਼ਮਾ ਉੱਠ ਖਲੋਤੀ। ਤੇ ਤੂੰ ਇੱਥੇ ਕੀ ਕਰ ਰਹੀ ਸੈਂ? ਉਂਝ ਹੀ ਚਿਟਕਾ ਪਈ ਲਵਾਉਂਦੀ ਸਾਂ। ਇਹ ਕੀ ਵੇ ਤੁਹਾਡੇ ਹੱਥ 'ਚ? ਕਮਲੇਸ਼ ਕੋਲੋਂ ਉਹਨੇ ਕਿਤਾਬ ਖੋਲ੍ਹੀ ਤੇ ਸਾਹਿਬ, ਸਾਨੂੰ ਵੀ 2 ਅੱਖਰ ਪੜ੍ਹਾ ਦੇ। ਲੈ, ਇੰਝ ਵੀ ਕਦੀ ਪੜ੍ਹਨਾ ਆਇਆ? ਛੱਡ ਰੇਸ਼ੋ, ਵੀ ਤੂੰ ਤੇ ਮੇਰੀ ਕਿਤਾਬ ਹੀ ਮੈਲੀ ਕਰ ਛੱਡੀ ਏ। ਵੇਖ ਤੇਰੇ ਹੱਥਾਂ ਨਾਲ ਚੱਪਾ ਮਿੱਟੀ ਥੱਪੀ ਹੋਈ ਏ। ਨਾਰਾਜ਼ ਜਿਹਾ ਹੋ ਕੇ ਕਮਲੇਸ਼ ਬੋਲਿਆ। ਗੁੱਸੇ 'ਚ ਰੇਸ਼ਮਾ ਨੇ ਉਸਦੀ ਕਿਤਾਬ ਵਾਪਸ ਕਰ ਦਿੱਤੀ। ਆ ਗਿਆ ਇਹ ਵੱਡਾ ਪੜਾਕੂ। ਉਹਨੂੰ ਆਪਣੇ ਮਨ ਨਾਲ ਕੀਤਾ ਇਕਰਾਰ ਭੁੱਲ ਗਿਆ। ਆਹੋ ਤੇ ਨਹੀਂ, ਇਸ ਵਾਰ ਤੇ ਆਪਣੀ ਜਮਾਤ 'ਚ ਮੈਂ ਫਸਟ ਰਿਹਾ, ਤੈਨੂੰ ਪਤਾ ਵੀ ਏ। ਫਸਟ ਮੈਂ ਜਾਣਦੀ ਨਹੀਂ। ਮੈਂ ਇੱਕ ਸਵਾਲ ਪਾਵਾਂ, ਤੂੰ ਬੁੱਝੇਂਗਾ? ਗੁੱਸੇ ਨੂੰ ਭੁਲਾਉਂਦੇ ਹੋਏ ਉਹਨੇ ਕਮਲੇਸ਼ ਦੇ ਕੁੱਤੇ ਨੂੰ ਚੁੱਕ ਲਿਆ। ਹਾਂ, ਕਿਉਂ ਨਹੀਂ, ਪਰ ਉਹ ਜਿਹੜਾ ਮੈਂ ਪੜ੍ਹਿਆ ਹੋਵੇ। ਅੱਛਾ, ਇੱਕ ਅੰਬੀ ਦੇ ਬੂਟੇ 'ਤੇ 8 ਕਬੂਤਰ ਸਾਡੇ ਸਾਹਿਬ ਨੇ ਬੰਦੂਕ ਚਲਾਈ, 2 ਮਰ ਗਏ, ਦੱਸੋ ਬਾਕੀ ਕਿੰਨੇ ਰਹੇ? ਲੈ, ਵੱਡਾ ਸਵਾਲ ਕੱਢ ਮਾਰਿਆ ਸੂ। 6, ਹੋਰ ਕਿੰਨੇ? ਪੂਰੇ ਇਤਬਾਰ ਨਾਲ ਕਮਲੇਸ਼ ਬੋਲਿਆ। ਮਲਿਆਰਨ ਤਾੜੀ ਮਾਰ ਕੇ ਹੱਸ ਪਈ। ਵਾਹ ਓਏ ਸਾਡੇ ਸਾਹਿਬ ਬਹਾਦਰ, ਜੇ ਬੰਦੂਕ ਨਾਲ 2 ਮਰਨਗੇ ਤੇ ਬਾਕੀ ਉੱਡ ਨਹੀਂ ਜਾਣਗੇ? ਕਮਲੇਸ਼ ਆਪਣੀ ਗਲਤੀ ਤੇ ਛਿੱਥਾ ਜਿਹਾ ਪੈ ਗਿਆ। ਉਹਦੀਆਂ ਨਜ਼ਰਾਂ ਅੱਗੋਂ ਆਪਣੀ ਅਲਮਾਰੀ ਦੇ ਦਰਾਜ਼ਾਂ 'ਚ ਪਈਆਂ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਇੱਕ ਕਰਕੇ ਗੁਜ਼ਰ ਗਈਆਂ। ਅੱਛਾ, ਮੈਂ ਹੁਣ ਜਾਣਾ, ਅਖੀਰ ਉਹ ਬੋਲਿਆ। ਆਮ ਮੁੰਡਿਆਂ ਵਾਂਗ ਕਮਲੇਸ਼ ਦੀ ਵੀ ਆਦਤ ਸੀ, ਜਿੱਥੇ ਵੀ ਉਹ ਹਾਰ ਖਾ ਜਾਂਦਾ ਉੱਥੋਂ ਬਸ ਨੱਸਣ ਦੀ ਕੋਸ਼ਿਸ਼ ਕਰਦਾ।
ਫਿਰ ਕਿੰਨੇ ਰੋਜ਼ ਕਮਲੇਸ਼ ਬਾਗ 'ਚ ਨਾ ਆਇਆ। ਅਖੀਰ ਪਿੰਡੋਂ ਜਾਣ ਲੱਗਿਆਂ ਆਪਣੇ ਪਿਤਾ ਨਾਲ ਉਹਨੇ ਵੀ ਫੇਰਾ ਮਾਰਿਆ। ਰੇਸ਼ਮਾ ਨੇ ਆਪਣੇ ਸਾਹਿਬ ਦਾ ਬੜਾ ਆਦਰ ਕੀਤਾ। ਕਿੰਨਾ ਚਿਰ ਉਸ ਨਾਲ ਖੇਡਦੀ ਤੇ ਆਪਣੀਆਂ ਸਹੇਲੀਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣਾਉਂਦੀ ਰਹੀ। ਅਖੀਰ ਉਹਨੇ ਉਸ ਤੋਂ ਇਕਰਾਰ ਲਿਆ ਕਿ ਉਹ ਅਗਲੇ ਸਾਲ ਜ਼ਰੂਰ ਪਿੰਡ ਆਏਗਾ ਤੇ ਇਸ ਲਈ ਇੱਕ ਮੂਰਤਾਂ ਦੀ ਨਿੱਕੀ ਜਿਹੀ ਕਿਤਾਬ ਵੀ ਲਿਆਏਗਾ। ਜਦੋਂ ਸਾਡਾ ਸਾਹਿਬ ਵੱਡਾ ਹੋਇਆ ਤਾਂ ਮੈਂ ਉਹਦੀ ਮਲਿਆਰਨ ਬਣਾਂਗੀ, ਹੈ ਨਾ ਕਮਲੇਸ਼? ਰੇਸ਼ਮਾ ਉਹਨੂੰ ਕਹਿ ਕੇ ਖੁਸ਼ ਕਰਦੀ ਤੇ ਉਹ ਵੀ ਅੱਗੋਂ ਸਿਰ ਹਿਲਾ ਦਿੰਦਾ। ਚੌਥਾ ਭਾਗ। ਕਈ ਵਾਰ ਇੰਝ ਹੁੰਦਾ ਹੈ ਕਿ ਸਾਡਾ ਇਸ਼ਟ ਸਾਡਾ ਪ੍ਰਿਯ ਬਣ ਜਾਂਦਾ ਹੈ। ਮੂਰਤੀ ਦਾ ਸੀਤਲ ਸਿਦਕ ਕਦੀ ਕਦੀ ਗਰਮਾ ਕੇ ਪ੍ਰੇਮੀ ਦੀ ਨਿੱਘੀ ਪ੍ਰੀਤ 'ਚ ਵੱਟ ਜਾਂਦਾ ਹੈ। ਜਿਉਂ-ਜਿਉਂ ਦਿਨ ਗੁਜ਼ਰਦੇ ਗਏ ਰੇਸ਼ਮਾ ਆਪਣੇ ਅੰਦਰ ਹੀ ਅੰਦਰ ਕੁਝ ਗੁੰਮਿਆਂ ਗੁੰਮਿਆਂ ਮਹਿਸੂਸ ਕਰਦੀ। ਜਿਸ ਤਰ੍ਹਾਂ ਜੁੱਤੀ 'ਚੋਂ ਨਿਕਲਿਆ ਕਿੱਲ ਸਮਾਂ ਬੀਤਣ ਨਾਲ ਪੈਰ 'ਚ ਆਪਣੀ ਥਾਂ ਬਣਾ ਲੈਂਦਾ ਹੈ, ਰੇਸ਼ਮਾ ਦੇ ਦਿਲ ਦਾ ਦਰਦ ਇੰਨ ਬਿੰਨ ਇੱਕ ਮਿੱਠੀ ਮਿੱਠੀ ਪੀੜ ਬਣ ਗਿਆ। ਬਿਮਾਰ ਉਹ ਜ਼ਰੂਰ ਸੀ, ਪਰ ਜਿੰਨੀ ਵੀ ਉਹ ਕੋਸ਼ਿਸ਼ ਕਰਦੀ ਉਹਨੂੰ ਆਪਣੇ ਰੋਗ ਦਾ ਕਾਰਨ ਨਾ ਸਮਝ ਆਉਂਦਾ। ਕਦੀ ਉਹ ਜ਼ਮੀਨ 'ਤੇ ਲੀਕਾਂ ਪਾ ਉਹਨਾਂ ਦੇ ਜੋੜੇ ਬਣਾਉਂਦੀ। ਜੇ ਪੂਰੇ ਹੋ ਜਾਂਦੇ ਤਾਂ ਉਹ ਹੱਸਦੀ ਹੱਸਦੀ ਉਸ ਕਿਆਰੀ ਨੂੰ ਗੋਡੀ ਕਰਨੀ ਸ਼ੁਰੂ ਕਰ ਦਿੰਦੀ ਜਿਸ ਵਿੱਚ ਇੱਕ ਦਿਨ ਉਹ ਕਮਲੇਸ਼ ਨਾਲ ਝਗੜ ਪਈ ਸੀ। ਤੇ ਜੇ ਕਦੀ ਇੱਕ ਲਕੀਰ ਬਚ ਜਾਂਦੀ ਤਾਂ ਸਾਰਾ ਦਿਨ ਉਹ ਬੇਦਿਲਿਆਂ ਜਿਹੀ ਕਿਸੇ ਬੂਟੇ ਹੇਠ ਪਈ ਰਹਿੰਦੀ, ਨਾ ਖਾਂਦੀ ਨਾ ਪੀਂਦੀ ਤੇ ਨਾ ਹੀ ਉਹਨੂੰ ਕਦੀ ਕੋਈ ਹੋਰ ਕੰਮ ਸੁੱਝਦਾ। ਉਹਦੀਆਂ ਸਹੇਲੀਆਂ ਦੀ ਅਕਸਰ ਇਹ ਸ਼ਿਕਾਇਤ ਹੁੰਦੀ, ਰੇਸ਼ਮਾ ਹੁਣ ਹਮੇਸ਼ਾ ਸਾਤੋਂ ਵੱਖ-ਵੱਖ ਹੀ ਰਿਹਾ ਕਰਦੀ ਹੈ। ਤੇ ਜਦੋਂ ਸਿਰ ਪੀੜ ਨਾਲ ਜਾਨ ਨਿਕਲ ਰਹੀ ਹੋਵੇ ਜੁੱਤੀ 'ਚ ਚੁਭਦੀ ਕਿੱਲ ਦਾ ਦਰਦ ਭੁੱਲ ਜਾਇਆ ਕਰਦਾ ਹੈ। ਜਦੋਂ ਦੀ ਮਲਿਆਰਨ ਨੂੰ ਇਹ ਨਵੀਂ ਬਿਮਾਰੀ ਲੱਗੀ ਉਹਨੂੰ ਆਪਣੀ ਪਹਿਲੀ ਗੁੰਝਲ ਭੁੱਲਦੀ ਜਾ ਰਹੀ ਸੀ। ਕਦੀ ਕਦੀ ਜਦੋਂ ਉਹਨੂੰ ਖਿਆਲ ਆਉਂਦਾ ਇਹ ਬਾਗ ਕਮਲੇਸ਼ ਹੋਰ ਆਉਂਦਾ ਹੈ, ਅਸੀਂ ਤੇ ਬਸ ਕੰਮ ਹੀ ਆ, ਉਹ ਥੋੜ੍ਹਾ ਚਿਰ ਸੋਚਦੀ, ਫਿਰ ਉਹਦੇ ਦਿਲ 'ਚ ਕੁਝ ਆਉਂਦਾ ਤੇ ਉਹ ਮੁਸਕਰਾ ਪੈਂਦੀ। ਇੰਝ ਲੱਗਦਾ ਸੀ ਜਿਸ ਤਰ੍ਹਾਂ ਹੁਣ ਉਹਨੂੰ ਆਪਣੀ ਗੁਲਾਮੀ ਮਿੱਠੀ ਲੱਗਣ ਲੱਗ ਪਈ ਸੀ। ਨੇਕਾਂ ਨਾਲ ਹੁਣ ਉਹਨੇ ਕਦੀ ਇਹੋ ਜਿਹੀ ਗੋਂਦ ਵੀ ਨਾ ਹੁੰਦੀ। ਇਸ ਵਾਰੀ ਜਦੋਂ ਸਰਦਾਰ ਆਉਣ ਆਓ ਰਲ ਕੇ ਉਹਨਾਂ ਨੂੰ ਵੜਨ ਨਾ ਦੇਈਏ। ਮਿਹਨਤ ਅਸੀਂ ਕਰੀਏ ਤੇ ਮੋਟਰਾਂ ਉਹ ਚਲਾਉਣ, ਰੇਸ਼ਮਾ ਨੂੰ ਹੁਣ ਕਦੀ ਨਾ ਸੁੱਝਿਆ। ਦਾਖਾਂ ਦੀਆਂ ਵੇਲਾਂ ਨੇ ਬਾਗ ਦੇ ਇੱਕ ਕੋਨੇ 'ਚ ਘੁੰਮਰ ਪਾਇਆ ਹੋਇਆ ਸੀ। ਕਦੀ ਕਦੀ ਉਹਨਾਂ ਵਿੱਚ ਲੁੱਕ ਕੇ ਬਹਿ ਜਾਂਦੀ ਤੇ ਆਪ ਮੁਹਾਰੀ ਗਾਉਣ ਲੱਗ ਪੈਂਦੀ। ਦਾਖਾਂ ਬੂਰੀਆਂ ਵੇ ਦਾਖਾਂ ਬੂਰੀਆਂ, ਤੋਤੇ ਬੂਰ ਟੁੱਕ ਟੁੱਕ ਜਾਣ ਦਾਖਾਂ ਬੂਰੀਆਂ। ਦਾਖਾਂ ਪੱਕੀਆਂ ਵੇ ਦਾਖਾਂ ਪੱਕੀਆਂ, ਖਾਣੇ ਵਾਲੜਾ ਬੜੀ ਦੂਰ ਦਾਖਾਂ ਪੱਕੀਆਂ। ਪਾਂਦਾ ਪੁੱਛਣ ਮੈਂ ਚੱਲੀ, ਪਾਂਦਾ ਪੁੱਛਣ ਮੈਂ ਚੱਲੀ, ਭਰ ਕੇ ਮੋਤੀਆਂ ਦਾ ਥਾਲ ਪਾਂਦਾ ਪੁੱਛਣ ਮੈਂ ਚੱਲੀ। ਖੋਲੀ ਦਾਦਾ ਪੱਤਰੀ ਵੇ ਖੋਲੀ ਦਾਦਾ ਪੱਤਰੀ, ਕਦੋਂ ਆਣਗੇ ਘਰ ਲਾਲ ਖੋਲੀ ਦਾਦਾ ਪੱਤਰੀ। ਖੋਲੀ ਪਾਂਦੇ ਪੱਤਰੀ ਖੋਲੀ ਪਾਂਦੇ ਪੱਤਰੀ, ਸੌਣ ਮਹੀਨੇ ਆਉਣਗੇ ਘਰ ਲਾਲ ਖੋਲੀ ਪਾਂਦੇ ਪੱਤਰੀ। ਝੂਠੀ ਪਾਂਦਾ ਤੇਰੀ ਪੱਤਰੀ ਝੂਠੀ ਪਾਂਦਾ ਤੇਰੀ ਪੱਤਰੀ, ਸੌਣ ਮਹੀਨੇ ਆਏ ਨਾ ਘਰ ਲਾਲ ਝੂਠੀ ਪਾਂਦਾ ਤੇਰੀ ਪੱਤਰੀ। ਰੇਸ਼ਮਾ ਨੂੰ ਮਤਲਬ ਭਾਵੇਂ ਨਾ ਸਮਝ ਆਉਂਦਾ, ਪਰ ਇਹ ਗੀਤ ਉਹਨੂੰ ਮਿੱਠਾ ਲੱਗਦਾ। ਰਹਾਨਸ ਉਹਦੀ ਪਿਆਰੀ ਸੀ, ਅੰਬੀ 'ਚ ਲੁਕੀ ਕੋਇਲ ਵਾਂਗ ਉਹਦੀ ਆਵਾਜ਼ ਪੱਤਿਆਂ 'ਚੋਂ ਫੁੱਟ ਫੁੱਟ ਨਿਕਲਦੀ। ਭਾਗ 5। ਵੱਡੇ ਦਿਨਾਂ ਦੀਆਂ ਛੁੱਟੀਆਂ 'ਚ ਕਮਲੇਸ਼ ਇਸ ਵਾਰੀ ਫੇਰ ਆਇਆ, ਪਰ ਉਦੋਂ ਜਦੋਂ ਮਸਾਂ ਹੀ 3-4 ਰਹਿ ਗਈਆਂ ਸਨ। ਨਿਰਾਸ਼ ਹੋਈ ਰੇਸ਼ਮਾ ਨੂੰ ਚੰਨ ਚੜ੍ਹ ਗਿਆ। ਇੱਕ ਇੱਕ ਕਰਕੇ ਉਹਨੇ ਨਵੇਂ ਲਾਏ ਫੁੱਲ ਤੇ ਫਲਾਂ ਦੇ ਬੂਟੇ ਕਮਲੇਸ਼ ਨੂੰ ਦਿਖਾਏ। ਮਾਲਟਿਆਂ ਦੀ ਕਿਆਰੀ ਜਿਹਦੀ ਉਹ ਖਾਸ ਪਰਵਰਿਸ਼ ਕਰਦੀ ਰਹੀ, ਫਲ ਨਾਲ ਝੁੱਝੂ ਝੂਰ ਸੀ। ਕਮਲੇਸ਼ ਨੇ ਉਹਦੀਆਂ ਖੁਸ਼ੀ ਵਿੱਚ ਗੁਲਾਬੀ ਹੁੰਦੀਆਂ ਗੱਲਾਂ ਵੱਲ ਵੇਖਿਆ। ਉਹਦੀਆਂ ਅੱਖਾਂ ਧੁੰਦਲਾ ਗਈਆਂ। ਤੇ ਇਹ ਕੀ ਗੱਲ ਏ, ਇਸ ਕਿਆਰੀ 'ਚ ਜ਼ਿਆਦਾ ਫਲ ਹੈ ਰੇਸ਼ੋ? ਇਹ ਸਾਡੀ ਹੈ ਨਾ ਸਾਹਿਬ? ਰੇਸ਼ਮਾ ਨੇ ਕਮਲੇਸ਼ ਨੂੰ ਮੋਢੇ ਤੋਂ ਫੜ ਲਿਆ ਤੇ ਉਹ ਅੱਗੇ ਟੁਰ ਪਏ। ਉਹ ਹੁਣ ਇੰਨੀ ਸੁਥਰੀ ਤੇ ਇੰਨੀ ਪਿਆਰੀ ਲੱਗ ਰਹੀ ਸੀ ਕਿ ਕਮਲੇਸ਼ ਉਸ ਨਾਲ ਉਸੇ ਤਰ੍ਹਾਂ ਹਿਲ ਮਿਲ ਕੇ ਖੇਡਦਾ ਜਿਸ ਤਰ੍ਹਾਂ ਆਪਣੇ ਅਮੀਰ ਦੋਸਤਾਂ ਦੇ ਗਲ ਲੱਗਿਆ ਫਿਰਿਆ ਕਰਦਾ ਸੀ। ਖੇਡਦੇ ਖੇਡਦੇ ਹੁਣ ਉਹਨੂੰ ਭੁੱਲ ਜਾਂਦਾ ਕਿ ਰੇਸ਼ਮਾ ਉਹਨਾਂ ਦੀ ਨੌਕਰ ਤੇ ਉਹ ਮਾਲਕ ਸੀ। ਦਾਖਾਂ ਦੇ ਓਹਲੇ ਬਹਿ ਕੇ ਰੇਸ਼ਮਾ ਨੇ ਉਹਨੂੰ ਕਈ ਨਵੇਂ ਸਿੱਖੇ ਗੀਤ ਸੁਣਾਏ। ਗਾਉਂਦੀ ਗਾਉਂਦੀ ਉਹਦੇ ਸਿਰੋਂ ਚੁੰਨੀ ਲੈ ਜਾਂਦੀ, ਉਹਦੇ ਹੱਥ ਕੰਬਣ ਲੱਗ ਜਾਂਦੇ, ਉਹਦੀਆਂ ਅੱਖਾਂ 'ਚ ਅੱਥਰੂ ਭਰ ਜਾਂਦੇ ਤੇ ਜਦੋਂ ਗਾ ਕੇ ਹਟਦੀ ਕਿੰਨਾ ਕਿੰਨਾ ਚਿਰ ਦੋਵੇਂ ਇੱਕ ਦੂਜੇ ਵੱਲ ਵੇਖਦੇ ਰਹਿੰਦੇ। ਤੂੰ ਪੜ੍ਹਦੀ ਕਿਉਂ ਨਹੀਂ ਰੇਸ਼ੋ? ਅਗਲੀ ਵਾਰ ਜਦੋਂ ਮੈਂ ਆਵਾਂਗਾ ਤੈਨੂੰ ਸਬਕ ਦਿੱਤਾ ਕਰਾਂਗਾ। ਕਿਉਂ ਤੂੰ ਨਹੀਂ ਪੜ੍ਹੇਂਗੀ? ਮੈਂ ਪੜ੍ਹਦੀ ਹੁੰਦੀ ਹਾਂ ਸਾਹਿਬ, ਮੈਂ ਤੇ ਰੋਜ਼ ਮਸੀਤੇ ਜਾਂਦੀ ਹਾਂ।
ਉਦੋਂ ਤੁਸੀਂ ਨਾ ਜੇ ਕਰਤੀ ਸੀ, ਲਾਡਲਾ ਮੂੰਹ ਬਣਾ ਕੇ ਰੇਸ਼ਮਾ ਬੋਲੀ। ਕਮਲੇਸ਼ ਨੇ ਉਹਦਾ ਹੱਥ ਫੜ ਲਿਆ, ਜਿਸ ਤਰ੍ਹਾਂ ਉਹਦੀ ਮਿਹਨਤ ਦੀ ਸ਼ਲਾਘਾ ਤੇ ਆਪਣੀ ਗਲਤੀ ਦੀ ਮਾਫ਼ੀ ਮੰਗ ਰਿਹਾ ਹੁੰਦਾ ਹੈ। ਕੁਝ ਚਿਰ ਬਾਅਦ ਉਹਨੂੰ ਉਸ ਦਾ ਨੌਕਰ ਲੈਣ ਆਇਆ। ਰੇਸ਼ਮਾ ਦੇ ਖੁੱਥਿਆਂ ਮਾਲਟਿਆਂ ਦੀ ਝੋਲ ਭਾਰੋਂ ਘਰ ਨੂੰ ਚਲਾ ਗਿਆ। 6ਵਾਂ ਭਾਗ। ਦੂਜੇ ਦਿਨ ਜਦੋਂ ਖੇਡਦੇ ਖੇਡਦੇ ਕਮਲੇਸ਼ ਨੂੰ ਤ੍ਰੇਹ ਲੱਗੀ, ਰੇਸ਼ਮਾ ਇੱਕ ਕੱਚ ਦਾ ਗਲਾਸ ਭਰ ਲਿਆਈ। ਨਾ ਬਈ, ਮਾਂ ਜੀ ਨੇ ਮੈਨੂੰ ਕਿਹਾ ਰੇਸ਼ੋ ਦੇ ਹੱਥ ਦਾ ਪਾਣੀ ਨਾ ਪੀਆ ਕਰ। ਉਦਾਸ ਜਿਹੇ ਲਹਿਜੇ 'ਚੋਂ ਬੋਲਿਆ। ਇੰਜ ਲੱਗਦਾ ਸੀ ਜਿਵੇਂ ਉਹਦਾ ਜੀਅ ਤੇ ਨਹੀਂ ਕਰਦਾ ਸੀ, ਪਰ ਵਿਚਾਰਾ ਮਜਬੂਰ ਸੀ। ਇਹ ਸੁਣ ਰੇਸ਼ਮਾ ਨੇ ਚੁੱਪ-ਚੁਪੀਤੇ ਗਲਾਸ ਖੂਹ ਦੇ ਨੇੜੇ ਰੱਖ ਦਿੱਤਾ ਤੇ ਆਪ ਖੂਹ ਗੇੜਨ ਲੱਗ ਪਈ। ਗੇੜਦੇ ਗੇੜਦੇ ਉਹਨੂੰ ਇੰਜ ਲੱਗਿਆ ਕਿ ਇੱਕ ਅੱਤ ਡੂੰਘੀ ਖਾਈ ਉਹਨੂੰ ਉਹਦੇ ਕਮਲੇਸ਼ ਤੋਂ ਨਿਖੇੜ ਰਹੀ ਹੈ। ਖੇਡਦੇ ਹੋਏ ਕਮਲੇਸ਼ ਭੁੱਲ ਗਿਆ, ਪਰ ਰੇਸ਼ਮਾ ਦੇ ਅੱਤ ਨਰਮ ਦਿਲ ਤੇ ਉੱਕਰੀ ਗੱਲ ਨਾ ਵਿਸਰ ਸਕੀ। ਕਿੰਨਾ ਚਿਰ ਦੋਵੇਂ ਗੁਲਾਬ ਦੀਆਂ ਕਿਆਰੀਆਂ 'ਚ ਗੋਡੀ ਕਰਦੇ ਰਹੇ। ਫਿਰ ਮਾਲਟਿਆਂ ਨੂੰ ਤੋੜ-ਤੋੜ ਜਦੋਂ ਡਾਢਾ ਥੱਕ ਗਿਆ, ਰੇਸ਼ਮਾ ਨੇ ਘਾਹ 'ਤੇ ਆਪਣੀ ਚੁੰਨੀ ਵਿਛਾਈ ਤੇ ਦੋਵੇਂ ਉੱਤੇ ਸਾਹ ਲੈਣ ਲਈ ਬਹਿ ਗਏ। ਇਹ ਕੀ ਹੈ ਰੇਸ਼ਮਾ? ਕਮਲੇਸ਼ ਨੇ ਉਹਦੇ ਨੱਕ 'ਚ ਪਏ ਕੋਕੇ ਨੂੰ ਟੋਹਦੇ ਹੋਏ ਕਿਹਾ। ਚੁੱਪ ਜਿਹੀ ਰੇਸ਼ਮਾ ਨੇ ਉਸ ਦੇ ਮੂੰਹ ਵੱਲ ਤੱਕ ਕੇ ਮੁਸਕਰਾ ਦਿੱਤਾ। ਤੇ ਇਹ ਕੀ ਹੈ ਸਾਹਿਬ? ਕੁਝ ਚਿਰ ਬਾਅਦ ਉਹਦੇ ਕੜੇ ਨੂੰ ਹੱਥ ਲਾਉਂਦੇ ਹੋਏ ਉਹਨੇ ਪੁੱਛਿਆ। ਇਹ ਤੇ ਕੜਾ ਵੇ, ਸਾਡੇ ਗੁਰੂ ਜੀ ਦੀ ਨਿਸ਼ਾਨੀ, ਉਹਨੇ ਜਵਾਬ ਦਿੱਤਾ। ਤੇ ਸਾਰੇ ਸਿੱਖ ਕੜਾ ਪਾਉਂਦੇ ਹੁੰਦੇ ਨੇ? ਹੈਰਾਨ ਜੀ ਹੋ ਕੇ ਰੇਸ਼ਮਾ ਨੇ ਪੁੱਛਿਆ। ਹਾਂ, ਤੇ ਫਿਰ ਜਿਹੜਾ ਕੜਾ ਪਾਏ ਉਹ ਸਿੱਖ ਹੋ ਗਿਆ? ਆਹੋ, ਕਮਲੇਸ਼ ਨੇ ਰੇਸ਼ਮਾ ਦੇ ਸਿਰ ਵੱਲ ਵੇਖਦੇ ਹੋਏ ਕਿਹਾ। ਉਹਦੇ ਵਾਲ ਤੇ ਅੱਗੇ ਹੀ ਸਨ। ਤੇ ਫਿਰ? ਰੇਸ਼ਮਾ ਨੇ ਉਹਦੀ ਬਾਂਹ ਤੋਂ ਕੜਾ ਲਾ ਕੇ ਆਪਣੀ ਵੀਣੀ ਤੇ ਚੜਾ ਲਿਆ। ਰੇਸ਼ਮਾ, ਤੂੰ ਤੇ ਸਿੱਖ ਹੋ ਗਈ। ਕਮਲੇਸ਼ ਘਬਰਾ ਜਿਹਾ ਗਿਆ। ਤੇ ਤੂੰ ਨਹੀਂ ਮੁਸਲਮਾਨ ਬਣੇਗਾ ਸਾਹਿਬ? ਉਹ ਹੈਰਾਨ ਸੀ। ਇਸ ਜਕੋ ਤਕੇ ਵਿੱਚ ਕਿੰਨਾ ਚਿਰ ਚੁੱਪ ਰਿਹਾ। ਹਾਂ ਰੇਸ਼ਮਾ, ਅਖੀਰ ਉਸ ਵਿੱਚ ਆਪਣੀ ਸਾਥਣ ਦਾ ਪਿਆਰ ਪ੍ਰਬਲ ਹੋ ਗਿਆ। ਫਿਰ ਆਪਣੇ ਹੱਥਾਂ ਨੂੰ ਇੰਜ ਰੱਖ, ਉਹਦੀਆਂ ਮੁੱਠਾਂ ਨੂੰ ਖੋਲ, ਉਹਨੇ ਤਲੀਆਂ ਵਾਰ ਰੱਖ ਦਿੱਤਾ। ਅੱਗੇ ਅੱਗੇ ਰੇਸ਼ਮਾ ਮਸੀਤੋਂ ਸਿੱਖਿਆ ਕਲਮਾ ਪੜ੍ਹਦੀ ਗਈ। ਪਿੱਛੇ ਪਿੱਛੇ ਕਮਲੇਸ਼ ਬੋਲਦਾ ਗਿਆ। ਅਖੀਰ ਉਹਨੂੰ ਅਸਮਾਨ ਵੱਲ ਵੇਖਣ ਲਈ ਕਿਹਾ। ਜਦੋਂ ਕਮਲੇਸ਼ ਵੇਖ ਚੁੱਕਾ, ਰੇਸ਼ਮਾ ਨੇ ਉਹਦੇ ਹੱਥਾਂ ਨੂੰ ਉਹਦੇ ਮੂੰਹ ਤੇ ਫੇਰ ਦਿੱਤਾ ਤੇ ਉਹਦੇ ਗਲ ਲੱਗ ਗਈ। ਕਿੰਨਾ ਚਿਰ ਉਹ ਇੰਜੀ ਖੁਸ਼ੀ 'ਚ ਵਲੇਟੇ ਰਹੇ। ਭਾਗ 7ਵਾਂ। ਦੂਜੇ ਦਿਨ ਕਮਲੇਸ਼ ਨਾ ਆਇਆ। ਸ਼ਾਮ ਨੂੰ ਨੌਕਰ ਤੋਂ ਪਤਾ ਲੱਗਾ ਬੀਬੀ ਜੀ ਨੇ ਉਹਦਾ ਬਾਗ ਚਾਉਣਾ ਬੰਦ ਕਰ ਦਿੱਤਾ ਸੀ। ਕਿੰਨਾ ਚਿਰ ਦਾਖਾਂ ਦੇ ਓਹਲੇ ਰੇਸ਼ਮਾ ਰੋਂਦੀ ਰਹੀ। ਰਾਤ ਨੂੰ ਜਦੋਂ ਘਰ ਆਈ, ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਦੇ ਅੱਥਰੂ ਨਾ ਠੱਲੇ ਜਾਂਦੇ। ਪਿੰਡ ਤੋਂ ਲਾਹੌਰ ਵਾਲੀ ਸੜਕ ਬਾਗ ਕੋਲੋਂ ਹੀ ਲੰਘਦੀ ਸੀ। ਦੂਜੇ ਦਿਨ ਸਵੇਰੇ ਜਦੋਂ ਮਾਲਟਿਆਂ ਵਿੱਚ ਭੌਂ ਰਹੀ ਸੀ, ਉਹਦੇ ਤੱਕਦਿਆਂ ਤੱਕਦਿਆਂ ਕਮਲੇਸ਼ ਹੋਰਾਂ ਦੀ ਕਾਲੀ ਮੋਟਰ ਸਾਹਮਣਿਓਂ ਘੂਠੀ ਹੋਈ ਲੰਘ ਗਈ। ਕਿੰਨੀਆਂ ਸਹੇਲੀਆਂ ਮਖੌਲ ਕਰਦੀਆਂ, ਉਹਦੀ ਮਾਂ ਵੀ ਕਦੀ ਕਦੀ ਖਿੱਝਦੀ, ਪਰ ਰੇਸ਼ਮਾ ਨੇ ਕਮਲੇਸ਼ ਦੇ ਕੜੇ ਨੂੰ ਕਦੀ ਨਾ ਉਤਾਰਿਆ। ਕੜਾ ਪਾਇਆ ਉਹਨੂੰ ਇੰਜ ਲੱਗਦਾ ਸੀ ਜਿਵੇਂ ਸਾਰਾ ਬਾਗ ਉਹਦਾ ਆਪਣਾ। ਧੰਨਵਾਦ।